ਸਤਿ ਸ਼੍ਰੀ ਅਕਾਲ। ਸਾਹਿਤਕ ਸੱਤ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਹਰਭਜਨ ਹਲਵਾਰਵੀ ਦੁਆਰਾ ਰਚਿਤ ਕਵਿਤਾ ਸੰਘਣਾ ਬੱਦਲ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਹਰਭਜਨ ਹਲਵਾਰਵੀ ਨੇ ਸੰਘਣਾ ਬੱਦਲ ਕਵਿਤਾ ਦੇ ਵਿੱਚ ਇੱਕ ਮਨੁੱਖ ਦੀ ਮਾਨਸਿਕ ਅਵਸਥਾ ਨੂੰ ਬਿਆਨ ਕੀਤਾ ਹੈ। ਉਸ ਮਨੁੱਖ ਦੀ ਜੋ ਇਸ ਸੰਸਾਰ ਦੇ ਉੱਤੇ ਆਪਣੀ ਹੋਂਦ ਸਥਾਪਿਤ ਨਹੀਂ ਕਰ ਸਕਿਆ ਅਤੇ ਅਣਹੋਇਆ ਹੀ ਇਸ ਸੰਸਾਰ ਤੋਂ ਰੁਖਸਤ ਕਰ ਰਿਹਾ ਹੈ ਜਾਂ ਕਰ ਗਿਆ ਹੈ, ਜਾਂ ਮਨੁੱਖ ਨੂੰ ਆਪਣੀ ਹੋਂਦ ਜਿਹੜੀ ਹੈ ਅਣਹੋਇਆਂ ਵਰਗੀ ਭਾਸਦੀ ਹੈ। ਉਸ ਮਨੁੱਖ ਦੀ ਮਨੋਸਥਿਤੀ ਨੂੰ ਬਿਆਨ ਕਰਦਾ ਹੋਇਆ ਕਵੀ ਕਹਿ ਰਿਹਾ ਹੈ ਕਿ ਇੱਕ ਨਿੱਕਾ ਜਿਹਾ ਸੰਘਣਾ ਬੱਦਲ ਜਾ ਰੂਹੀਆਂ ਵਿੱਚ ਵਰਿਆ। ਉਸ ਮਨੁੱਖ ਦੀ ਮਨੋਸਥਿਤੀ ਜਿਹੜੀ ਹੈ ਜਾਂ ਉਸ ਦੀ ਹੋਂਦ ਜੋ ਹੈ ਉਸ ਸੰਘਣੇ ਬੱਦਲ ਦੇ ਵਾਂਗ ਹੈ, ਜੋ ਅੰਬਰਾਂ ਦੇ ਵਿੱਚ ਚੜ੍ਹ ਕੇ ਆਉਂਦਾ ਹੈ ਘਟਾ ਬਣ ਕੇ, ਪਰ ਉਹ ਵਰ ਕਿੱਥੇ ਜਾਂਦਾ ਹੈ? ਰੋਈਆਂ ਦੇ ਵਿੱਚ। ਜਾ ਰੋਈਆਂ ਵਿੱਚ ਵਰਿਆ, ਕਿਉਂਕਿ ਰੋਹੀ ਬਿਆਬਾਨ ਜੋ ਹੈ ਉਸ ਜਗ੍ਹਾ 'ਤੇ ਮੀਂਹ ਦਾ ਵਰਨਾ ਜੋ ਹੈ ਉਹ ਅਜਾਈਂ ਹੀ ਨਸ਼ਟ ਹੋ ਜਾਂਦਾ ਹੈ। ਨਾ ਇਸ ਮਿੱਟੀ ਦੀ ਗੰਧ ਮਾਣੀ, ਨਾ ਕਲਰ ਹੀ ਭਰਿਆ। ਨਾ ਤਾਂ ਉਸ ਬੱਦਲ ਦੀਆਂ ਕਣੀਆਂ ਜਿਹੜੀਆਂ ਨੇ ਮਿੱਟੀ ਦੀ ਖੁਸ਼ਬੂ ਨੂੰ ਹੀ ਮਾਣਦੀਆਂ ਨੇ, ਕਿਉਂਕਿ ਮਿੱਟੀ ਦੀ ਮਹਿਕ ਵੀ ਜਿਹੜੀ ਹੈ ਉੱਥੇ ਨਹੀਂ ਹੁੰਦੀ, ਕਿਉਂਕਿ ਧਰਤੀ ਜੋ ਹੈ ਕਲਰੀ ਹੈ। ਨਾ ਕਲਰ ਹੀ ਭਰਿਆ, ਕਲਰੀ ਧਰਤੀ ਦੇ ਵਿੱਚ ਜੋ ਹੈ ਨਾ ਤਾਂ ਮਿੱਟੀ ਦੀ ਮਹਿਕ ਹੀ ਉੱਠਦੀ ਹੈ ਮੀਂਹ ਦੇ ਵਰਨ ਦੇ ਨਾਲ, ਅਤੇ ਨਾ ਹੀ ਕਲਰ ਦਾ ਕੁਝ ਸੰਵਰਦਾ ਹੈ। ਕਿਉਂਕਿ ਜੇ ਆਮ ਧਰਤੀ ਦੇ ਉੱਤੇ ਮੀਂਹ ਵਰੇਗਾ, ਜੋ ਉਪਜਾਊ ਧਰਤੀ ਹੈ, ਤਾਂ ਉੱਥੇ ਕਿਉਂਕਿ ਫਸਲਾਂ ਹਨ, ਰੁੱਖ ਹਨ, ਬੂਟੇ ਹਨ, ਉਹ ਜਿਹੜੇ ਨੇ ਤ੍ਰਿਪਤ ਹੋਣਗੇ। ਪਰ ਜੇਕਰ ਕਲਰੀ ਧਰਤੀ 'ਤੇ ਰੋਹੀ ਬਿਆਬਾਨ ਦੇ ਵਿੱਚ ਮੀਂਹ ਵਰ ਗਿਆ ਤਾਂ ਉਸ ਮੀਂਹ ਦੇ ਵਰਨ ਦਾ ਨਾ ਵਰਨ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ। ਇਹ ਨਾ ਕਿਸੇ ਵੀ ਲੇਖੇ ਲੱਗਾ ਅਣਹੋਇਆ ਜਿਉਂ ਮਰਿਆ, ਕਿਉਂਕਿ ਅਜਿਹਾ ਮੀਂਹ ਦਾ ਬੱਦਲ ਜੋ ਹੈ, ਸੰਘਣਾ ਬੱਦਲ ਜੋ ਹੈ, ਜੋ ਕਲਰ ਦੇ ਵਿੱਚ ਵਰ ਰਿਹਾ ਹੈ, ਨਾ ਤਾਂ ਉਹ ਕਿਸੇ ਕੰਮ ਆਉਂਦਾ ਹੈ। ਮੀਂਹ ਦਾ ਪਾਣੀ ਔਰ ਉਸ ਮੀਂਹ ਦਾ ਵਰਨਾ ਨਾ ਵਰਨਾ ਇੱਕ ਬਰਾਬਰ ਹੈ। ਉਸ ਮਨੁੱਖ ਵਾਂਗ ਜੋ ਇਸ ਸੰਸਾਰ ਦੇ ਉੱਤੇ ਆ ਕੇ ਅਣਹੋਇਆ ਹੀ ਖਤਮ ਹੋ ਜਾਂਦਾ ਹੈ, ਨਸ਼ਟ ਹੋ ਜਾਂਦਾ ਹੈ, ਔਰ ਨਾ ਤਾਂ ਉਹ ਸਮਾਜ ਦੇ ਉਸਾਰੀ ਦੇ ਵਿੱਚ ਕੋਈ ਯੋਗਦਾਨ ਪਾਉਂਦਾ ਹੈ, ਨਾ ਕਿਸੇ ਦੇ ਕੰਮ ਹੀ ਆ ਸਕਦਾ ਹੈ। ਉਸ ਦੀ ਹੋਂਦ ਜਿਹੜੀ ਹੈ ਅਣਹੋਂਦ ਬਣ ਕੇ ਰਹਿ ਜਾਂਦੀ ਹੈ। ਇੱਕ ਨਿੱਕਾ ਜਿਹਾ ਸੰਘਣਾ ਬੱਦਲ ਇਵੇਂ ਉਜਾੜੀ ਵਰਿਆ। ਇਸ ਲਈ ਕਵੀ ਕਹਿ ਰਿਹਾ ਹੈ ਕਿ ਇੱਕ ਨਿੱਕਾ ਜਿਹਾ ਸੰਘਣਾ ਬੱਦਲ ਜੋ ਹੈ ਇਸ ਤਰ੍ਹਾਂ ਜੋ ਉਜਾੜਾਂ ਦੇ ਵਿੱਚ, ਭਾਵ ਬਿਆਬਾਨ ਸੁਨਸਾਨ ਥਾਂ 'ਤੇ ਵਰ ਜਾਂਦਾ ਹੈ, ਉਸ ਦਾ ਵਰਨਾ ਨਾ ਵਰਨਾ ਇੱਕ ਬਰਾਬਰ ਹੈ। ਇੱਕ ਨਿੱਕਾ ਜਿਹਾ ਸੰਘਣਾ ਬੱਦਲ ਮਾਰੂ ਥਲ ਵਿੱਚ ਵਰਿਆ। ਇਸ ਲਈ ਕਵੀ ਨੇ ਜੋ ਹੈ ਆਪਣੀ ਗੱਲ ਨੂੰ ਸਪਸ਼ਟ ਕਰਨ ਦੇ ਲਈ ਵੱਖ-ਵੱਖ ਜੋ ਹਵਾਲੇ ਦਿੱਤੇ ਹਨ ਕਿ ਉਸ ਮਨੁੱਖ ਦੀ ਸਥਿਤੀ ਜਿਹੜੀ ਹੈ ਉਸ ਮੀਂਹ ਦੇ ਬੱਦਲ ਵਾਲੀ ਹੈ, ਜੋ ਮਰੁਸਥਲ ਦੇ ਵਿੱਚ ਵਰ ਜਾਂਦਾ ਹੈ। ਮਰੁਸਥਲ ਭਾਵ ਜਿੱਥੇ ਰੇਤ ਹੀ ਰੇਤ ਹੈ, ਖਾਸ ਕਰਕੇ ਕੱਕਾ ਰੇਤਾ ਹੈ, ਨਾ ਇਸ ਦੇ ਕਣ ਨਿੱਘੇ ਹੋਏ, ਨਾ ਰੇਤਾ ਹੀ ਠਰਿਆ। ਕਿਉਂਕਿ ਜੇਕਰ ਮਰੁਸਥਲ ਦੇ ਵਿੱਚ, ਰੇਤਲੀ ਧਰਤੀ ਦੇ ਵਿੱਚ ਮੀਂਹ ਦੀਆਂ ਕਣੀਆਂ ਪੈ ਵੀ ਜਾਣਗੀਆਂ ਅਤੇ ਨਾ ਤਾਂ ਉਹਨਾਂ ਕਣੀਆਂ ਨੂੰ ਧਰਤੀ ਦਾ ਨਿੱਘ ਜਾਂ ਅਹਿਸਾਸ ਦਾ ਅਨੁਭਵ ਹੁੰਦਾ ਹੈ, ਨਾ ਰੇਤਾ ਹੀ ਠਰਿਆ, ਅਤੇ ਨਾ ਹੀ ਧਰਤੀ ਜਾਂ ਭਾਵ ਰੇਤ ਨੂੰ ਹੀ ਉਸ ਮੀਂਹ ਦੇ ਵਰਨ ਦਾ ਕੋਈ ਫਾਇਦਾ ਹੁੰਦਾ ਹੈ। ਕਿਉਂਕਿ ਰੇਤਾ ਜੋ ਹੈ ਉਹ ਤ੍ਰਿਪਤ ਹੀ ਨਹੀਂ ਹੁੰਦਾ। ਰੇਤੇ ਦੀ ਤ੍ਰਿਪਤੀ ਦੇ ਲਈ ਪਾਣੀ ਬਹੁਤ ਜ਼ਿਆਦਾ ਮੀਂਹ ਚਾਹੀਦਾ ਹੈ, ਪਰ ਇੱਕ ਨਿੱਕਾ ਜਿਹਾ ਬੱਦਲ ਜੇਕਰ ਉਹ ਰੇਤਲੀ ਧਰਤੀ 'ਤੇ ਵਰ ਵੀ ਜਾਏਗਾ ਤਾਂ ਨਾ ਤਾਂ ਉਸਨੇ ਰੇਤੇ ਨੂੰ ਕੋਈ ਠੰਡਕ ਪਹੁੰਚਾਉਣੀ ਹੈ, ਨਾ ਉਸਨੂੰ ਜੋ ਹੈ ਧਰਤੀ ਦਾ ਨਿੱਘ ਹੀ ਮਿਲਦਾ ਹੈ। ਇਸ ਲਈ ਕਵੀ ਕਹਿ ਰਿਹਾ ਹੈ ਕਿ ਨਾ ਇੱਕ ਵੀ ਤਿੜ ਘਾਹ ਦੀ ਫੁੱਟੀ, ਨਾ ਕੋਈ ਬੂਟਾ ਹਰਿਆ। ਅਜਿਹੇ ਬੱਦਲ ਦੇ ਵਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਧਰਤੀ ਨੂੰ। ਕਿਉਂਕਿ ਉਸ ਦੇ ਵਰਨ ਦੇ ਨਾਲ ਤਾਂ ਧਰਤੀ ਦੇ ਉੱਤੇ ਕੋਈ ਘਾਹ ਦੀ ਤਿੜ, ਭਾਵ ਛੋਟੀ ਜਿਹੀ ਜੜ ਵੀ ਜਿਹੜੀ ਹੈ ਘਾਹ ਦੀ, ਉਹ ਹਰੀ ਨਹੀਂ ਹੁੰਦੀ, ਫੁੱਟਦੀ ਨਹੀਂ, ਭਾਵ ਉਸ 'ਤੇ ਪੁੰਗਰਦੀ ਨਹੀਂ। ਨਾ ਕੋਈ ਬੂਟਾ ਹਰਿਆ, ਨਾ ਕਿਸੇ ਰੁੱਖ ਬੂਟੇ ਨੂੰ ਹੀ ਜੋ ਹੈ ਹਰਿਆਵਲ ਪਾਉਂਦੀ ਹੈ, ਕਿਉਂਕਿ ਛੋਟਾ ਜਿਹਾ ਬੱਦਲ ਹੈ, ਉਸ ਦੇ ਵਰਨ ਦੇ ਨਾਲ ਧਰਤੀ ਦਾ ਕੁਝ ਸੌਰਦਾ ਨਹੀਂ ਹੈ। ਇੱਕ ਨਿੱਕਾ ਜਿਹਾ ਸੰਘਣਾ ਬੱਦਲ ਐਵੇਂ ਥਲ ਵਿੱਚ ਵਰਿਆ। ਇਸ ਤਰ੍ਹਾਂ ਇੱਕ ਨਿੱਕਾ ਜਿਹਾ ਜੋ ਸੰਘਣਾ ਬੱਦਲ ਹੈ ਉਹ ਐਵੇਂ ਹੀ ਇਸ ਧਰਤੀ ਦੇ ਉੱਤੇ ਅਜਾਈਂ ਵਰ ਜਾਂਦਾ ਹੈ, ਧਰਤੀ ਦਾ ਕੁਝ ਸੰਵਾਰ ਨਹੀਂ ਸਕਦਾ। ਇਸ ਲਈ ਕਵੀ ਕਹਿ ਰਿਹਾ ਹੈ ਕਿ
ਇਸੇ ਹੀ ਤਰ੍ਹਾਂ ਇੱਕ ਨਿੱਕਾ ਜਿਹਾ ਸੰਘਣਾ ਬੱਦਲ ਪਰਬਤ ਚੋਟੀ ਵਰਿਆ। ਉਹ ਨਿੱਕਾ ਜਿਹਾ ਸੰਘਣਾ ਬੱਦਲ ਜੋ ਹੈ, ਜੋ ਮਰੁਸਥਲ ਦੇ ਵਿੱਚ ਵਰ ਗਿਆ ਹੈ, ਜੋ ਰੋਹੀ ਬੀਆਬਾਨ ਦੇ ਵਿੱਚ ਵਰ ਰਿਹਾ ਹੈ, ਉਸੇ ਤਰ੍ਹਾਂ ਜੇਕਰ ਉਹ ਕਿਸੇ ਪਰਬਤ ਪਹਾੜ ਦੀ ਚੋਟੀ 'ਤੇ ਸ਼ਿਖਰ ਦੇ ਉੱਤੇ ਜੇਕਰ ਵਰ ਜਾਂਦਾ ਹੈ ਤਾਂ ਇਸ ਦਾ ਹਰ ਜਲ ਕਣ ਪੱਥਰਾਂ 'ਤੇ ਸਿਰ ਪਟਕਾ ਕੇ ਮਰਿਆ। ਮੀਂਹ ਦੇ ਉਸ ਬੱਦਲ ਦੀਆਂ ਜੋ ਕਣੀਆਂ ਨੇ, ਜੋ ਜਲ ਕਣ ਨੇ, ਉਹ ਤਾਂ ਇੱਕ ਤਰ੍ਹਾਂ ਦੇ ਨਾਲ ਪੱਥਰਾਂ ਦੇ ਉੱਤੇ ਸਿਰ ਪਟਕਾ ਕੇ ਆਪਣੀ ਹੋਂਦ ਸਮਾਪਤ ਕਰ ਲੈਂਦੇ ਨੇ, ਨਸ਼ਟ ਕਰ ਲੈਂਦੇ ਨੇ ਆਪਣਾ ਆਪਾ ਹੀ। ਕਿਉਂਕਿ ਪਹਾੜੀ ਚੋਟੀਆਂ ਜਿਹੜੀਆਂ ਨੇ, ਉਹ ਪਹਾੜ ਕਿਉਂਕਿ ਪਥਰੀਲੇ ਹੁੰਦੇ ਨੇ, ਪਥਰੀਲੇ ਪਹਾੜਾਂ ਦੀਆਂ ਚੋਟੀਆਂ ਦੇ ਉੱਤੇ ਮੀਂਹ ਦੀਆਂ ਕਣੀਆਂ ਜਿਹੜੀਆਂ ਨੇ ਉਹ ਆਪਣਾ ਆਪਾ ਹੀ ਪਟਕਾ ਕੇ ਨਸ਼ਟ ਕਰ ਲੈਂਦੀਆਂ ਹਨ, ਤਾਂ ਪੱਥਰ ਦੇ ਉੱਤੇ ਵੱਜ ਕੇ ਮਰ ਜਾਂਦੀਆਂ ਹਨ, ਭਾਵ ਖਤਮ ਹੋ ਜਾਂਦੀਆਂ ਹਨ। ਪਰ ਨਾ ਰੁੱਖਾਂ ਨੇ ਸੋਗ ਮਨਾਇਆ, ਪਾਉਣ ਨਾ ਹਉਕਾ ਭਰਿਆ, ਕਿਉਂਕਿ ਉਹਨਾਂ ਦੇ ਜਲ ਕਣਾਂ ਦੇ ਖਤਮ ਹੋ ਜਾਣ ਦਾ, ਅਜਾਈਂ ਵਰ ਜਾਣ ਦਾ, ਕਿਉਂਕਿ ਕਿਸੇ ਨੇ ਸੋਗ ਹੀ ਨਹੀਂ ਮਨਾਇਆ। ਰੁੱਖਾਂ ਨੇ ਭਾਵ ਕੁਦਰਤ ਨੇ ਵੀ ਕੋਈ ਸੋਗ ਨਹੀਂ ਮਨਾਇਆ, ਕਿਉਂਕਿ ਉਹ ਅਜਾਈਂ ਵਰ ਰਹੀਆਂ ਹਨ, ਪਾਉਣ ਨਾ ਹਉਕਾ ਭਰਿਆ, ਅਤੇ ਨਾ ਹੀ ਪਾਉਣ ਜਿਹੜੀ ਹੈ ਉਹਨਾਂ ਦੇ ਵਰਨ ਦੇ ਉੱਤੇ ਕੋਈ ਹਉਕਾ ਭਰਦੀ ਹੈ। ਕਿਉਂਕਿ ਪਹਾੜੀ ਚੋਟੀਆਂ ਦੀ ਜਿਹੜੀ ਪਾਉਣ ਹੈ, ਭਾਵੇਂ ਪਹਾੜ ਪਥਰੀਲੇ ਹੀ ਹਨ, ਪਰ ਉੱਚੀਆਂ ਚੋਟੀਆਂ ਹੋਣ ਸਦਕਾ ਉੱਥੇ ਪਹਿਲਾਂ ਹੀ ਜੋ ਹੈ ਬਹੁਤ ਠੰਡਕ ਵਾਲਾ ਵਾਤਾਵਰਨ ਹੈ। ਕਿਉਂਕਿ ਅਜਿਹੀ ਥਾਂ 'ਤੇ ਜੇਕਰ ਜ਼ਰੂਰਤ ਤੋਂ ਜ਼ਿਆਦਾ ਠੰਡ ਹੈ, ਉੱਥੇ ਰੁੱਖ ਵੀ ਨਹੀਂ ਹਨ ਕਿਉਂਕਿ ਪਹਾੜ ਪਥਰੀਲੇ ਹਨ, ਅਤੇ ਉੱਥੇ ਪੌਣ ਜਿਹੜੀ ਹੈ ਉਹ ਪਹਿਲਾਂ ਹੀ ਇੰਨੀ ਠੰਡੀ ਹੈ ਕਿ ਮੀਂਹ ਦੇ ਵਰਨ ਦੇ ਨਾਲ ਉਸ ਪੌਣ ਨੂੰ ਕੋਈ ਫਾਇਦਾ ਨਹੀਂ ਹੋਇਆ। ਇਸ ਲਈ ਉਹਨਾਂ ਜਲ ਕਣਾਂ ਦੇ ਅਜਾਈਂ ਨਸ਼ਟ ਹੋ ਜਾਣ ਦਾ ਕੁਦਰਤ ਨੂੰ ਵੀ ਕੋਈ ਸੋਗ ਨਹੀਂ ਹੈ, ਦੁੱਖ ਨਹੀਂ ਹੈ। ਕਿਉਂਕਿ ਇਹ ਨਿੱਕਾ ਜਿਹਾ ਸੰਘਣਾ ਬੱਦਲ ਜੋ ਹੈ ਪਰਬਤ ਦੇ ਸ਼ਿਖਰ ਦੇ ਉੱਤੇ ਵਰਿਆ ਹੈ। ਕਿਉਂਕਿ ਮੀਂਹ ਦੀ ਲੋੜ ਹੁੰਦੀ ਹੈ ਮੈਦਾਨੀ ਇਲਾਕੇ ਦੇ ਵਿੱਚ। ਜੇਕਰ ਪਰਬਤ ਦੀਆਂ ਬਰਫੀਲੀਆਂ ਚੋਟੀਆਂ ਦੇ ਉੱਤੇ, ਸ਼ਿਖਰ ਦੇ ਉੱਤੇ ਮੀਂਹ ਦੀਆਂ ਕਣੀਆਂ ਵਰ ਵੀ ਜਾਣਗੀਆਂ ਅਤੇ ਉਹਨਾਂ ਦਾ ਵਰਨਾ ਜੋ ਹੈ ਨਾ ਵਰਨਾ ਇੱਕ ਬਰਾਬਰ ਹੈ। ਇੱਕ ਨਿੱਕਾ ਜਿਹਾ ਸੰਘਣਾ ਬੱਦਲ ਭਰੇ ਸਮੁੰਦਰ ਵਰਿਆ। ਇਸੇ ਤਰ੍ਹਾਂ ਕਵੀ ਕਹਿ ਰਿਹਾ ਹੈ ਕਿ ਇੱਕ ਨਿੱਕਾ ਜਿਹਾ ਸੰਘਣਾ ਬੱਦਲ ਜੋ ਭਰੇ ਸਮੁੰਦਰ ਦੇ ਵਿੱਚ ਵਰ ਜਾਂਦਾ ਹੈ, ਕਿਉਂਕਿ ਸਮੁੰਦਰ ਦੇ ਵਿੱਚ ਵਰਨ ਦੇ ਨਾਲ ਤਾਂ ਪਾਣੀ ਦੀ ਜਾਂ ਮੀਂਹ ਦੀਆਂ ਕਣੀਆਂ ਦੀ ਜਿਹੜੀ ਹੈ ਆਪਣੀ ਹੋਂਦ ਹੀ ਖਤਮ ਹੋਣੀ ਹੈ, ਕਿਉਂਕਿ ਸਮੁੰਦਰ ਪਾਣੀ ਦੇ ਨਾਲ ਪਹਿਲਾਂ ਹੀ ਲਬਾਲਬ ਹੈ। ਇਸ ਲਈ ਕਵੀ ਕਹਿ ਰਿਹਾ ਹੈ ਕਿ ਇੱਕ ਨਿੱਕਾ ਜਿਹਾ ਸੰਘਣਾ ਬੱਦਲ ਜੋ ਭਰੇ ਸਮੁੰਦਰ ਦੇ ਵਿੱਚ ਵਰ ਜਾਂਦਾ ਹੈ, ਉਸ ਦਾ ਵੀ ਕੋਈ ਫਾਇਦਾ ਨਹੀਂ ਹੈ। ਕਿਉਂਕਿ ਤੁਪਕਾ ਹੋ ਕੇ ਕਿਰਦਾ ਹੀ ਡੁੱਬ ਮਰਿਆ। ਸਮੁੰਦਰ ਦੇ ਵਿੱਚ ਜੋ ਪਾਣੀ ਦੀਆਂ ਬੂੰਦਾਂ ਹਨ ਉਹ ਤੇ ਤੁਪਕਾ ਕਿਰ ਜਾਣਗੀਆਂ ਅਤੇ ਕਿਰਦੀਆਂ ਹੀ ਡੁੱਬ ਕੇ ਮਰ ਜਾਣਗੀਆਂ, ਭਾਵ ਸਮੁੰਦਰ ਦੇ ਪਾਣੀ ਦੇ ਵਿੱਚ ਹੀ ਸਮਾ ਜਾਣਗੀਆਂ। ਉਹਨਾਂ ਦੀ ਆਪਣੀ ਹੋਂਦ ਜਿਹੜੀ ਹੈ ਉਹ ਕਾਇਮ ਨਹੀਂ ਰਹਿ ਸਕੇਗੀ। ਨਾ ਕੋਈ ਮਛਲੀ ਪਿਆਸ ਬੁਝਾਈ, ਨਾ ਸਿੱਪੀ ਮੂੰਹ ਭਰਿਆ। ਨਾ ਉਹਨਾਂ ਜਲ ਕਣਾਂ ਦੇ ਵਰਨ ਦੇ ਨਾਲ ਕਿਸੇ ਮਛਲੀ ਦੇ ਜੋ ਹੈ ਪਿਆਸ ਬੁਝਦੀ ਹੈ, ਔਰ ਨਾ ਕਿਸੇ ਸਿੱਪੀ ਦੇ ਮੂੰਹ ਦੇ ਵਿੱਚ ਹੀ ਉਹ ਸਮਾ ਸਕਦੀਆਂ ਹਨ। ਕਿਉਂਕਿ ਸਿੱਪੀ ਦੇ ਮੂੰਹ ਵਿੱਚ ਜੇ ਕੋਈ ਮੀਂਹ ਦੀ ਕਣੀ, ਕਹਿੰਦੇ ਨੇ ਕਿ ਸਿੱਪੀ ਦੇ ਮੂੰਹ ਦੇ ਵਿੱਚ ਸਵਾਂਤੀ ਬੂੰਦ ਜਿਹੜੀ ਹੈ ਜੇਕਰ ਵਰ ਜਾਵੇਗੀ ਜਾਂ ਪੈ ਜਾਵੇਗੀ ਤਾਂ ਉਹ ਸਿੱਪੀ ਜਿਹੜੀ ਹੈ ਉਹ ਮੋਤੀ ਬਣ ਜਾਂਦੀ ਹੈ। ਪਰ ਸਮੁੰਦਰ ਦੇ ਵਿੱਚ ਜੋ ਹੈ ਸਵਾਂਤੀ ਬੂੰਦ ਜਿਹੜੀ ਹੈ ਉਹ ਪਾਣੀ ਦੇ ਵਿੱਚ ਉਸਦੀ ਹੋਂਦ ਅਜਾਈਂ ਨਸ਼ਟ ਹੋ ਜਾਵੇਗੀ। ਇੱਕ ਨਿੱਕਾ ਜਿਹਾ ਸੰਘਣਾ ਬੱਦਲ ਇਉਂ ਪਾਣੀ ਵਿੱਚ ਵਰਿਆ। ਇਸ ਲਈ ਕਵੀ ਕਹਿ ਰਿਹਾ ਕਿ ਇੱਕ ਨਿੱਕਾ ਜਿਹਾ ਸੰਘਣਾ ਬੱਦਲ ਜੋ ਹੈ ਜੇਕਰ ਉਹ ਪਾਣੀ ਦੇ ਵਿੱਚ ਵਰਦਾ ਰਹੇਗਾ ਤਾਂ ਉਸ ਦੇ ਵਰਨ ਦਾ ਕੋਈ ਵੀ ਜੋ ਹੈ ਫਾਇਦਾ ਨਹੀਂ ਹੈ। ਠੀਕ ਇਸੇ ਤਰ੍ਹਾਂ ਜੋ ਮਨੁੱਖ ਹੈ ਇਸ ਸੰਸਾਰ ਦੇ ਵਿੱਚ ਆ ਕੇ ਜੇਕਰ ਆਪਣੀ ਕੋਈ ਹੋਂਦ ਸਥਾਪਿਤ ਨਹੀਂ ਕਰ ਸਕਦਾ, ਜਾਂ ਉਹ ਆਪਣੀ ਹੋਂਦ ਦੇ ਨਾਲ ਕਿਸੇ ਦੇ ਮਨ ਵਿੱਚ ਕੋਈ ਅਹਿਸਾਸ ਨਹੀਂ ਜਗਾ ਸਕਦਾ, ਜੇਕਰ ਉਹ ਅਤ੍ਰਿਪਤ ਰਹਿ ਕੇ ਇਸ ਸੰਸਾਰ ਤੋਂ ਚਲਾ ਜਾਂਦਾ ਹੈ, ਭਾਵ ਉਸਨੂੰ ਤ੍ਰਿਪਤੀ ਜੋ ਹੈ ਨਹੀਂ ਮਿਲਦੀ, ਤਾਂ ਅਜਿਹਾ ਮਨੁੱਖ ਜੋ ਹੈ ਉਸ ਦੀ ਸਥਿਤੀ ਮੀਂਹ ਦੇ ਉਸ ਬੱਦਲ ਵਰਗੀ ਹੈ, ਮੀਂਹ ਦੀਆਂ ਉਹਨਾਂ ਕਣੀਆਂ ਦੇ ਵਰਗੀ ਹੈ ਜੋ ਅਜਾਈਂ ਇਸ ਧਰਤੀ ਦੇ ਉੱਤੇ ਮਰੁਸਥਲ ਦੇ ਵਿੱਚ, ਉਜਾੜ ਬੀਆਬਾਨ ਦੇ ਵਿੱਚ, ਪਰਬਤ ਦੇ ਸ਼ਿਖਰ 'ਤੇ ਜਾਂ ਫਿਰ ਭਰੇ ਸਮੁੰਦਰ ਦੇ ਵਿੱਚ ਵਰ ਜਾਂਦੀਆਂ ਹਨ। ਅਤੇ ਇਸ ਤਰ੍ਹਾਂ ਵਰਨ ਦੇ ਨਾਲ ਉਹਨਾਂ ਦੀ ਕੋਈ ਵੱਖਰੀ ਹੋਂਦ ਜੋ ਹੈ ਕਾਇਮ ਨਹੀਂ ਰਹਿੰਦੀ। ਉਹਨਾਂ ਦਾ ਵਰਨਾ ਨਾ ਵਰਨਾ ਇੱਕ ਬਰਾਬਰ ਹੁੰਦਾ ਹੈ, ਕਿਉਂਕਿ ਉਹ ਧਰਤੀ
ਦਾ ਕੁਝ ਸੰਵਾਰ ਨਹੀਂ ਸਕਦੀਆਂ, ਕਿਉਂਕਿ ਜੇਕਰ ਮੀਂਹ ਦੀਆਂ ਕਣੀਆਂ ਜਿਹੜੀਆਂ ਨੇ ਉਹ ਉਪਜਾਊ ਧਰਤੀ ਦੇ ਉੱਤੇ ਪੈਣਗੀਆਂ ਤਾਂ ਉਸ ਧਰਤੀ ਦੇ ਵਿੱਚੋਂ ਫਸਲਾਂ ਲਹਿਰਾਉਣਗੀਆਂ। ਉਹ ਫਸਲਾਂ ਜਿਹੜੀਆਂ ਨੇ ਮਨੁੱਖ ਦਾ ਢਿੱਡ ਭਰਨਗੀਆਂ, ਭਾਵ ਸਮਾਜ ਦੇ ਵਿਕਾਸ ਦੇ ਵਿੱਚ ਉਸ ਮੀਂਹ ਦੇ ਇੱਕ ਕਣੀ ਦਾ ਜੋ ਛੋਟੇ ਜਿਹੇ ਬੱਦਲ ਦੇ ਵਿੱਚੋਂ ਡਿੱਗੀ ਹੈ ਧਰਤੀ ਦੇ ਉੱਤੇ, ਉਹ ਵੀ ਜਿਹੜੀ ਹੈ ਉਹ ਕਿਸੇ ਲੇਖੇ ਲੱਗ ਜਾਂਦੀ ਹੈ। ਪਰ ਜੇਕਰ ਉਹ ਕਣੀ ਜਿਹੜੀ ਹੈ ਅਜਾਈਂ ਵਰ ਜਾਵੇ, ਭਾਵ ਅਜਿਹੀਆਂ ਥਾਵਾਂ 'ਤੇ ਵਰ ਜਾਵੇ ਜਿੱਥੇ ਉਸ ਦੀ ਲੋੜ ਨਾ ਹੋਵੇ, ਤਾਂ ਇਸ ਤਰ੍ਹਾਂ ਉਸ ਦੀ ਹੋਂਦ ਜਿਹੜੀ ਹੈ ਅਣਹੋਂਦ ਬਣ ਕੇ ਰਹਿ ਜਾਂਦੀ ਹੈ। ਇਸ ਤਰ੍ਹਾਂ ਇਸ ਕਵਿਤਾ ਦੇ ਵਿੱਚ ਕਵੀ ਨੇ ਉਸ ਮਨੁੱਖ ਦੀ ਮਾਨਸਿਕ ਅਵਸਥਾ ਨੂੰ ਬਿਆਨ ਕੀਤਾ ਹੈ ਜੋ ਇਸ ਸੰਸਾਰ ਦੇ ਉੱਤੇ ਆ ਕੇ ਆਪਣੀ ਹੋਂਦ ਸਥਾਪਿਤ ਨਹੀਂ ਕਰ ਸਕਿਆ ਔਰ ਅਣਹੋਇਆ ਹੀ ਇਸ ਸੰਸਾਰ ਤੋਂ ਚਲਿਆ ਗਿਆ ਹੈ। ਉਹ ਇਸ ਸੰਸਾਰ ਦੇ ਵਿੱਚ ਆ ਕੇ ਵੀ ਹੋਇਆ ਨਹੀਂ ਬਲਕਿ ਅਣਹੋਇਆ ਬਣ ਕੇ ਰਹਿ ਗਿਆ ਹੈ। ਉਮੀਦ ਹੈ ਕਿ ਇਹ ਕਵਿਤਾ ਜੋ ਹੈ ਬਹੁਤ ਵਧੀਆ ਢੰਗ ਨਾਲ ਸਪਸ਼ਟ ਹੋ ਗਈ ਹੋਵੇਗੀ। ਸੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਔਰ ਸ਼ੇਅਰ ਕਰਨਾ ਜੋ ਨਹੀਂ ਭੁੱਲਣਾ, ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਹੋਰ ਵੀ ਬਹੁਤ ਸਾਰੇ ਵਿਦਿਆਰਥੀਆਂ ਦਾ ਫਾਇਦਾ ਕਰ ਸਕਦੇ ਹੋ। ਇਸ ਉਮੀਦ ਦੇ ਨਾਲ ਇਜਾਜ਼ਤ ਲੈਂਦੇ ਹਾਂ। ਧੰਨਵਾਦ।